ਸਵਾਗਤ ਹੈ ਬਈ ਸਾਰਿਆਂ ਦਾ। ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਹਾਣੀ ਸੱਗੀ ਫੁੱਲ ਬਾਰੇ, ਜੋ ਕਿ ਗੁਰਦਿਆਲ ਸਿੰਘ ਦੀ ਲਿਖੀ ਹੋਈ ਹੈ। ਕਹਾਣੀ ਪੜ੍ਹਨ ਤੋਂ ਪਹਿਲਾਂ ਆਪਣੇ ਵਾਸਤੇ ਜਾਣ ਲੈਣਾ ਜ਼ਰੂਰੀ ਹੈ ਕਿ ਸੱਗੀ ਫੁੱਲ ਕਹਿੰਦੇ ਕਿਹਨੂੰ ਹੈ ਅਤੇ ਸੱਗੀ ਫੁੱਲ ਕੀ ਹੁੰਦਾ ਹੈ। ਸੱਗੀ ਸਿਰ ਦਾ ਗਹਿਣਾ ਹੈ। ਇਸ ਨੂੰ ਸਿਰ ਦੇ ਵਿਚਕਾਰ ਪਹਿਨਿਆ ਜਾਂਦਾ ਹੈ। ਇਸ ਨਾਲ ਸਿਰ ਦੀ ਚੁੰਨੀ, ਫੁਲਕਾਰੀ ਆਦਿ ਨੂੰ ਟਿਕਾਈ ਰੱਖਣ ਵਿੱਚ ਸਹਾਇਤਾ ਵੀ ਮਿਲਦੀ ਹੈ। ਇਹ ਅਰਧ ਗੋਲੇ ਦੀ ਸ਼ਕਲ ਵਿੱਚ ਹੁੰਦਾ ਹੈ, ਭਾਵ ਕਿ ਸੈਮੀ ਸਰਕਲ। ਇਸ ਉੱਤੇ ਨਗ ਜੜਿਆ ਹੁੰਦਾ ਹੈ। ਇਸ ਦੇ ਆਲੇ ਦੁਆਲੇ ਫੁੱਲਾਂ ਦੇ ਨਮੂਨੇ ਬਣੇ ਹੁੰਦੇ ਹਨ। ਸੱਗੀ ਦੀਆਂ ਕਿਸਮਾਂ 6 ਹਨ, ਅੱਧੀ ਦਰਜਨ ਦੇ ਕਰੀਬ ਹਨ। ਲੱਗ ਗਿਆ ਜੀ ਪਤਾ? ਅਤੇ ਜੇ ਨਹੀਂ ਲੱਗਿਆ ਤਾਂ ਦੇਖੋ ਫਿਰ। ਆਹ ਹੁੰਦੀ ਹੈ ਸੱਗੀ ਫੁੱਲ, ਜਾਂ ਆਹ ਹੁੰਦਾ ਹੈ ਸੱਗੀ ਫੁੱਲ। ਆਹ ਦੇਖੋ ਸਿਰ ਦੇ ਉੱਪਰ ਇਹਨੂੰ ਪਹਿਨਿਆ ਜਾਂਦਾ ਹੈ। ਅਜੀਬ ਜਿਹਾ ਹੈ, ਪਰ ਆਹ ਸੋਨੇ ਦਾ ਹੁੰਦਾ ਸੀਗਾ ਪਹਿਲਾਂ, ਅਤੇ ਆਹ ਬੜਾ ਕੀਮਤੀ ਮੰਨਿਆ ਜਾਂਦਾ ਸੀਗਾ ਇੱਕ ਔਰਤ ਲਈ, ਅਤੇ ਬੜਾ ਮਹੱਤਵਪੂਰਨ ਵੀ ਮੰਨਿਆ ਜਾਂਦਾ ਸੀਗਾ। ਕਹਾਣੀ ਬਾਰੇ ਗੱਲ ਕਰਦੇ ਹਾਂ ਬਈ। ਐਕਚੁਅਲੀ 'ਚ ਇਹ ਕਹਾਣੀ ਜਿਹੜੀ ਹੈਗੀ ਹੈ ਉਸਦਾ ਵਿਸ਼ਾ ਇਹ ਹੈ ਕਿ ਪੰਜਾਬ ਦੀ ਨਿਮਨ ਕਿਸਾਨੀ ਦੀ ਤੰਗੀਆਂ ਅਤੇ ਤੋਟਾਂ ਦੇ ਕਾਰਨਾਂ ਦੀ ਪਛਾਣ। ਠੀਕ ਹੈ, ਪਹਿਲੀ ਗੱਲ ਤਾਂ ਪਛਾਣ ਕਰਨੀ ਕਿ ਕੀ ਕਾਰਨ ਹੈ ਉਹਨਾਂ ਦੀ ਤੰਗੀਆਂ ਦੇ, ਅਤੇ ਉਹਨਾਂ ਨੂੰ ਉਸਨੇ ਲੇਖਕ ਨੇ ਸਮਾਜਿਕ ਸੱਭਿਆਚਾਰਕ ਪ੍ਰਸੰਗਾਂ ਨਾਲ ਜੋੜ ਕੇ ਦਿਖਾਇਆ ਹੈ ਵੀ ਕਿਵੇਂ ਰੀਤੀ ਰਿਵਾਜ ਜਾਂ ਕੋਈ ਵੀ ਸੱਭਿਆਚਾਰਕ ਜਿਹੜੀਆਂ ਰਸਮਾਂ ਹੈ ਆਪਣੀਆਂ, ਉਹਨਾਂ ਦੀ ਮਾਰ ਇੱਕ ਕਿਸਾਨ ਉੱਤੇ ਕਿੱਦਾਂ ਪੈਂਦੀ ਹੈ। ਕਿਸਾਨੀ ਜੀਵਨ ਨੂੰ ਕਈ ਪਾਸਿਓਂ ਮਾਰਾਂ ਪੈਂਦੀਆਂ ਹਨ। ਪਰਿਵਾਰਕ ਵੰਡ ਨਾਲ ਹੀ ਜ਼ਮੀਨ ਦੇ ਵੀ ਟੁਕੜੇ ਟੁਕੜੇ ਹੋ ਜਾਂਦੇ ਹਨ, ਅਤੇ ਈਸਰ ਵਰਗੇ ਭਰਾ ਦੇ ਹਿੱਸੇ ਬਹੁਤੀ ਮਾਰੂ ਜ਼ਮੀਨ ਆ ਜਾਂਦੀ ਹੈ। ਜੋ ਈਸਰ, ਜੋ ਇਸ ਕਹਾਣੀ ਵਿੱਚ ਮੇਨ ਕਰੈਕਟਰ ਹੈ, ਬਹੁਤੀ ਬੇਕਾਰ ਜ਼ਮੀਨ ਆ ਜਾਂਦੀ ਹੈ। ਉਹ ਇਕੱਲਾ ਬੰਦਾ ਹੁੰਦਾ, ਇਸ ਕਰਕੇ ਕੰਮ ਵੀ ਨਹੀਂ ਕਰ ਪਾਉਂਦਾ ਠੀਕ ਤਰ੍ਹਾਂ। ਠੀਕ ਹੈ, ਅਤੇ ਉਹਦੇ ਉੱਪਰ ਪਹਿਲਾਂ ਹੀ ਕਰਜ਼ਾ ਚੜ੍ਹਿਆ ਹੁੰਦਾ, ਅਤੇ ਉਹ ਕਰਜ਼ਾ ਹੋਰ ਵੱਧ ਜਾਂਦਾ। ਅਤੇ ਇਸ ਕਹਾਣੀ ਵਿੱਚ ਉੱਪਰੋਂ ਫਿਰ ਈਸਰ ਦੇ ਉੱਪਰ ਭੈਣ ਦੇ ਮੁੰਡੇ ਉੱਤੇ ਨਾਨਕੀ ਸ਼ੱਕ ਲਿਜਾਣ ਦਾ ਬੋਝ ਉਸ ਲਈ ਇੱਕ ਸੰਕਟ ਬਣ ਜਾਂਦਾ ਹੈ। ਨਾਨਕੀ ਸ਼ੱਕ ਭਾਵ ਜਿਵੇਂ ਮੁੰਡੇ ਦਾ ਮਾਮਾ ਹੁੰਦਾ ਹੈ, ਉਹ ਜਦੋਂ ਮੁੰਡੇ ਦਾ ਵਿਆਹ ਹੁੰਦਾ ਹੈ ਤਾਂ ਉਹ ਗਹਿਣੇ ਗੁਣੇ ਵਗੈਰਾ ਵਗੈਰਾ ਦਿੰਦੇ ਹੁੰਦੇ ਆ, ਉਹਨੂੰ ਨਾਨਕੀ ਸ਼ੱਕ ਕਹਿੰਦੇ ਆ ਬਸ। ਬਈ ਕਹਾਣੀ ਸ਼ੁਰੂ ਇਸ ਤਰ੍ਹਾਂ ਹੁੰਦੀ ਹੈ ਕਿ ਈਸਰ ਦੀ ਭੈਣ ਆਪਣੇ ਮੁੰਡੇ ਦੇ ਵਿਆਹ ਦੀ ਭੇਲੀ ਲੈ ਕੇ ਆਉਂਦੀ ਹੈ। ਭੇਲੀ ਹੁੰਦਾ ਹੈ ਬਈ ਜਦੋਂ ਮੁੰਡੇ ਦੀ ਮਾਂ ਜਿਹੜੇ ਦਾ ਵਿਆਹ ਹੈ ਉਸ ਦੇ ਨਾਨਕੇ ਜਾ ਕੇ ਉਸਦੇ ਮਾਮਿਆਂ ਨੂੰ ਲੱਡੂ, ਪਤਾਸੇ, ਗੁੜ ਵਗੈਰਾ ਵਗੈਰਾ ਪਾ ਕੇ ਦੇ ਕੇ ਆਉਂਦੀ ਹੈ। ਕਿਹਾ ਲਓ ਬਈ ਮੁੰਡੇ ਦਾ ਵਿਆਹ ਰੱਖਤਾ ਅਤੇ ਨਾਨਕੀ ਸ਼ੱਕ ਲਾਉਣ ਆਇਓ ਤੁਸੀਂ। ਅਤੇ ਈਸਰ ਦੀ ਪਤਨੀ ਮੁੰਨੋ ਨੇ ਉਦੋਂ ਹੀ ਰਿੜਕਾ ਪਾਇਆ ਹੋਇਆ ਸੀ ਕਿ ਵਿਆਹ 'ਤੇ ਜਾਣਾ ਅਤੇ ਜਾਣਾ ਬਈ ਗੱਜ ਵੱਜ ਕੇ ਆ, ਐਵੇਂ ਸ਼ਰੀਕਾਂ ਕੋਲੋਂ ਨੱਕ ਨਹੀਂ ਵਢਾਉਣਾ, ਭਾਵ ਆਪਣੀ ਬੇਇੱਜ਼ਤੀ ਨਹੀਂ ਕਰਾਉਣੀ ਕਿ ਅਸੀਂ ਗਰੀਬ ਹਾਂ। ਵਿਆਹ 'ਤੇ ਜਦ ਜਾਣਾ ਪੂਰਾ ਸੱਜ ਧੱਜ ਕੇ, ਸਾਰਾ ਸਾਜੋ ਸਮਾਨ ਲੈ ਕੇ, ਪੂਰੀ ਗੱਜ ਵੱਜ ਕੇ ਜਾਣਾ। ਪਰ ਜਿਹੜਾ ਈਸਰ ਸੀਗਾ ਉਹ ਸੋਚਦਾ ਸੀਗਾ ਕਿ ਅਸੀਂ ਸਿਰਫ ਗਰੀਬੀ ਦਾਵੇ ਨਾਲ ਜਾਣਾ ਹੈ, ਡੰਗ ਟਪਾਉਣਾ ਹੈ, ਸਿਰਫ ਕੰਮ ਸਾਰਨਾ, ਇੰਨਾ ਖਰਚਾ ਕਰਨ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ, ਅਤੇ ਨਾ ਆਪਾਂ ਕੋਲ ਪੈਸੇ ਹੈਗੇ ਆ। ਪਰ ਜਿਹੜੀ ਮੁੰਨੋ ਸੀਗੀ ਉਹਦੀ ਪਤਨੀ, ਉਹਨੂੰ ਸੀਗਾ ਕਿ ਕਿਤੇ ਉਹਨੂੰ ਲਾਗ ਪਾਸ ਦੇ ਲੋਕ ਕਹੇ ਨਾ ਕਿ ਪਹਿਲਾਂ ਤਾਂ ਅਲੱਗ ਹੋ ਕੇ ਘਰਦਿਆਂ ਤੋਂ ਜੁਦਾ ਹੋ ਗਏ, ਅਤੇ ਹੁਣ ਆਪਣਾ ਵਿਆਹ ਵਿੱਚ ਖਰਚਾ ਵੀ ਨਹੀਂ ਕਰ ਰਹੇ, ਕੰਜੂਸੀ ਕਰ ਰਹੇ ਆ। ਆਥਣੇ ਜਦੋਂ ਈਸਰ ਸਿੰਘ ਹੱਲ ਛੱਡ ਕੇ ਆਇਆ, ਮੁੰਨੋ ਨੇ ਉਸਨੂੰ ਦੱਸਿਆ ਕਿ ਬਚਨੀ ਦੀ ਬੇਬੇ ਕਹਿ ਰਹੀ ਸੀ ਕਿ ਉਸਦੀ ਜਠਾਣੀ ਸਾਰੇ ਪਿੰਡ ਵਿੱਚ ਕਹਿੰਦੀ ਫਿਰਦੀ ਹੈ, ਭਾਵ ਈਸਰ ਸਿੰਘ ਦੀ ਭਰਜਾਈ, ਈਸਰ ਸਿੰਘ ਦੇ ਭਾਈ ਦੀ ਘਰ ਵਾਲੀ, ਇਹ ਕਹਿ ਰਹੀ ਹੈ ਸਾਰੇ ਪਿੰਡ ਵਿੱਚ ਕਿ ਜਦੋਂ ਇਹਨਾਂ ਨੇ ਵੱਖਰੇ ਹੋਣਾ ਸੀਗਾ ਸਾਡੇ ਨਾਲ, ਉਦੋਂ ਤਾਂ ਬੜੀ ਦੁੰਬ ਚੁੱਕੀ ਫਿਰਦੇ ਸਨ, ਜਾਇਦਾਦ ਵੰਡਾਉਂਦੇ ਫਿਰਦੇ ਸਨ, ਅਤੇ ਹੁਣ ਪਤਾ ਲੱਗੂਗਾ ਜਦੋਂ ਇਹਨਾਂ ਨੂੰ ਬਰਾਬਰ ਦਾ ਹਿੱਸਾ ਦੇਣਾ ਪੈਣਾ ਮੁੰਡੇ ਦੇ ਵਿਆਹ ਵਿੱਚ। ਜਿੰਨੇ ਵੀ ਮਾਮੇ ਹੁੰਦੇ ਨਾ, ਉਹ ਜਦੋਂ ਨਾਨਕੀ ਸ਼ੱਕ ਲਾਉਂਦੇ ਤਾਂ ਉਹਨਾਂ ਨੂੰ ਬਰਾਬਰ ਦੇਣਾ ਪੈਂਦਾ ਹੈ, ਜੋ ਵੀ ਮੁੰਡੇ ਨੂੰ ਦਿੰਦੇ ਆ, ਜੋ ਵੀ ਗਹਿਣੇ ਹੁੰਦੇ ਆ ਜਾਂ ਕੁਛ ਵੀ ਹੁੰਦਾ ਹੈ ਸਮਾਨ ਦੇਣ ਵਾਲਾ। ਤਾਂ ਕਰਕੇ ਜਿਹੜਾ ਈਸਰ ਸਿੰਘ ਹੈ ਉਹ ਤਾਂ ਵਿਚਾਰਾ ਗਰੀਬ ਬੰਦਾ ਹੈ, ਤਾਂ ਹੁਣ ਉਹ ਕਿੱਥੋਂ ਦੇਵੇਗਾ। ਅਤੇ ਜਿਹੜੀ ਉਹਦੀ ਜਠਾਣੀ ਹੈ, ਮੁੰਨੋ ਦੀ ਜਠਾਣੀ ਹੈ, ਭਾਵ ਈਸਰ ਸਿੰਘ ਦੀ ਭਰਜਾਈ ਹੈ, ਉਹ ਸਾਰੇ ਪਿੰਡ ਵਿੱਚ ਇਹੀ ਢੰਡੋਰਾ ਪਿੱਟ ਰਹੀ ਹੈ ਕਿ ਹੁਣ ਦੇਖਦੇ ਹਾਂ ਕਿ ਕਿਵੇਂ ਕਰਦੇ ਇਹ। ਉਹ ਕਹਿੰਦੀ ਹੈ ਕਿ ਦੇਖੇਗੀ ਕਿਹੜੇ ਤੱਗੇ ਕਰਾ ਕੇ ਲਿਜਾਂਦੇ ਹਨ। ਉਸਨੇ ਕਿਹਾ ਕਿ ਉਹ ਪਾਲੇ ਦੀ ਧੀ ਨਹੀਂ, ਜੇਕਰ ਉਹਨਾਂ ਦਾ ਸਿਰ ਉਸਨੇ ਨੀਵਾਂ ਨਹੀਂ ਕੀਤਾ। ਆਪਣੀ ਛੱਪਰੀ ਉੱਤੇ ਭਾਵੇਂ ਕੱਖ ਨਾ ਰਹੇ, ਪਰ ਉਹ ਵਿਆਹ 'ਤੇ ਪੂਰਾ ਖਰਚਾ ਕਰੇਗੀ। ਈਸਰ ਸੁਣਦਾ ਰਿਹਾ, ਪਰ ਉਸਨੇ ਉਸਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਮੁੰਨੋ ਨੇ ਕਿਹਾ ਕਿ ਜੇਕਰ ਉਹਨਾਂ ਨੇ ਮਾੜਾ ਮੋਟਾ ਵੀ ਹੱਥ ਘੁੱਟ ਲਿਆ ਤਾਂ ਉਹ ਕਲਮੂਹੀ ਆਪਣੀ ਭਰਜਾਈ ਨੂੰ, ਈਸਰ ਸਿੰਘ ਦੀ ਭਰਜਾਈ ਨੂੰ ਕਹਿ ਰਹੀ ਹੈ ਕਿ ਤਾਂ ਉਹ ਕਲਮੂਹੀ ਸਾਰੀ ਉਮਰੇ ਉਹਨਾਂ ਨੂੰ ਚੋਭਾ ਲਾਉਂਦੀ ਰਹੇਗੀ, ਭਾਵ ਛੇੜਦੀ ਰਹੇਗੀ। ਇਸ ਕਰਕੇ ਆਪਾਂ ਨੂੰ ਕੰਜੂਸੀ ਨਹੀਂ ਵਰਤਣੀ ਚਾਹੀਦੀ। ਕੰਜੂਸੀ ਕੀ ਯਾਰ, ਉਹਨਾਂ ਕੋਲ ਤਾਂ ਹੈ ਹੀ ਨਹੀਂ, ਉਹਨਾਂ ਨੂੰ ਤਾਂ ਬਲਕਿ ਦੇਣਾ ਪੈਣਾ ਵਿਚਾਰਿਆਂ ਨੂੰ ਮਜਬੂਰ ਹੋ ਕੇ। ਇਸ ਦੇ ਨਾਲ ਹੀ ਉਹਨਾਂ ਦੀ ਖਰਵੇਂ ਸੁਭਾਅ ਦੀ ਭੈਣ ਜੇ ਲੋਕਾਂ ਦੇ ਸਿੱਖੇ ਸਿਖਾਏ ਆਖੇਗੀ ਕਿ ਚਾਰ ਛਿੱਲੜ ਲਾਉਣ ਦੇ ਮਾਰੇ ਘੇਸਲ ਵੱਟ ਗਏ, ਭਾਵ ਵਿਆਹ ਵਿੱਚ ਤਾਂ ਆ ਗਏ ਪਰ ਖਰਚਾ ਹੀ ਨਹੀਂ ਕਰਕੇ ਆਏ ਥੋੜ੍ਹਾ ਬਹੁਤ ਵੀ।
ਉਹ ਕਹੇਗੀ ਕਿ ਜਿਨ੍ਹਾਂ ਦੇ ਘਰਾਂ ਡੰਗ ਵੀ ਨਹੀਂ ਪੱਕਦੀ, ਭਾਵ ਰੋਟੀ ਵੀ ਨਹੀਂ ਪੱਕਦੀ ਜਿਨ੍ਹਾਂ ਦੇ ਇੱਕ ਟਾਈਮ ਦੀ, ਉਹ ਵੀ ਇਹੋ ਜਿਹੇ ਮੌਕੇ ਭਰਾਵਾਂ ਅਤੇ ਭੈਣਾਂ ਦੇ ਪਿੱਛੇ ਨਹੀਂ ਰਹਿੰਦੇ। ਇਸ ਗੱਲ ਦੀ ਫਿਕਰ ਮੁੰਨੂ ਨੂੰ ਹੋਈ ਪਈ ਹੈ ਕਿ ਇਸ ਸਮੇਂ ਜੇ ਉਹਨਾਂ ਨੇ ਮਾੜਾ ਜਿਹਾ ਵੀ ਆਪਣਾ ਹੱਥ ਘੁੱਟ ਲਿਆ, ਪੈਸਾ ਨਾ ਖਰਚਿਆ, ਤਾਂ ਸਾਰੀ ਉਮਰ ਈਸਰ ਦੀ ਭੈਣ ਅਤੇ ਉਸਦੀ ਭਰਜਾਈ ਉਹਨਾਂ ਨੂੰ ਸੁਣਾਉਂਦੀਆਂ ਰਹਿਣਗੀਆਂ, ਤਾਨੇ ਮਿਹਣੇ ਮਾਰਦੀਆਂ ਰਹਿਣਗੀਆਂ। ਮੁੰਨੂ ਕਿੰਨਾ ਚਿਰ ਬੋਲਦੀ ਰਹੀ, ਪਰ ਈਸਰ ਨੂੰ ਉਸਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਸੀ ਆ ਰਿਹਾ। ਮੁੰਨੂ ਤੋਂ ਵੀ ਘਰ ਦੀ ਹਾਲਤ ਗੁੱਝੀ ਨਹੀਂ ਸੀ, ਭਾਵ ਉਹਨੂੰ ਵੀ ਪਤਾ ਸੀ ਕਿ ਸਾਡੇ ਘਰ ਦੀ ਕੀ ਹਾਲਤ ਹੈ। ਭਰਾ ਨਾਲੋਂ ਵੱਖਰਾ ਹੋਣ ਸਮੇਂ ਉਸਦੇ ਵਿਆਹ 'ਤੇ ਲਏ ਕਰਜ਼ੇ ਉੱਤੇ ਅੰਗੂਠਾ ਲਵਾ ਕੇ ਈਸਰ ਦੀ ਭਰਜਾਈ ਨੇ ਭਾਂਡੇ ਚੁੱਕਣ ਦਿੱਤੇ ਸਨ। ਭਾਵ ਜਦੋਂ ਈਸਰ ਦਾ ਵਿਆਹ ਹੋਇਆ ਤਾਂ ਜਿਹੜਾ ਕਰਜ਼ਾ ਲਿੱਤਾ ਸੀਗਾ, ਪਹਿਲਾਂ ਉਸਦੀ ਜ਼ਮੀਨ ਦੇ ਕਾਗਜ਼ 'ਤੇ ਅੰਗੂਠਾ ਲਵਾਇਆ ਅਤੇ ਤਾਂ ਉਹਨਾਂ ਨੂੰ ਭਾਂਡੇ ਚੁੱਕਣ ਦਿੱਤੇ ਸਨ ਕਿ ਹਾਂ ਤੁਸੀਂ ਹੁਣ ਜੁਦਾ ਹੋ ਜਾਓ ਸਾਥੋਂ। ਪਹਿਲੀ ਵੀ ਅੱਧਿਓਂ ਬਹੁਤ ਮਾਰੂ ਦਿੱਤੀ ਸੀ। ਜਿਹੜੀ ਉਹਨਾਂ ਨੂੰ ਜ਼ਮੀਨ ਮਿਲੀ ਸੀਗੀ ਉਹ ਵੀ ਬੜੀ ਬੇਕਾਰ ਮਿਲੀ ਸੀਗੀ, ਉਸ 'ਤੇ ਮਤਲਬ ਇੰਨੀ ਫਸਲ ਨਹੀਂ ਹੁੰਦੀ ਸੀਗੀ। ਉੱਤੋਂ ਈਸਰ ਵਿਚਾਰਾ ਇਕੱਲਾ ਸੀਗਾ ਤਾਂ ਇਸ ਤੋਂ ਇੰਨਾ ਕੰਮ ਵੀ ਨਹੀਂ ਹੋ ਪਾਉਂਦਾ ਸੀਗਾ। ਅਤੇ ਇਹੋ ਜਿਹੇ ਟਾਈਮ ਵਿੱਚ ਮਤਲਬ ਖਰਚ ਸਹੇੜਨਾ ਤਾਂ ਐਵੇਂ ਹੈ ਜਿਵੇਂ ਅੱਡੀਆਂ ਚੁੱਕ ਕੇ ਫਾਹਾ ਲੈ ਲੈਣਾ, ਮਰ ਜਾਣਾ। ਉਂਝ ਮੁੰਨੂ ਵੀ ਕਿਹੜਾ ਚਾਹੁੰਦੀ ਸੀਗੀ ਕਿ ਈਸਰ ਦੁਖੀ ਹੋਵੇ, ਪਰ ਉਹ ਵੀ ਕੀ ਕਰੇ ਵਿਚਾਰੀ। ਜਦੋਂ ਜਿਠਾਣੀ ਤਾਨੇ ਮਿਹਣੇ ਸੁਣਾਉਂਦੀ ਸੀ ਤਾਂ ਉਸਦਾ ਕੋਈ ਵਸ ਨਹੀਂ ਸੀ ਚੱਲਦਾ। ਮੁੰਨੂ ਨੇ ਈਸਰ ਨੂੰ ਕਿਹਾ ਕਿ ਉਹ ਮੁੰਡੇ ਲਈ ਕੱਪੜੇ ਲੀੜੇ ਬਣਵਾ ਲਵੇ, ਬਾਕੀ ਉਹ ਆਪੇ ਸਾਰ ਲਵੇਗੀ। ਇਸ ਗੱਲ ਨੂੰ ਈਸਰ ਕਿੰਨਾ ਚਿਰ ਸੋਚਦਾ ਰਿਹਾ, ਪਰ ਉਸਨੂੰ ਕੁਝ ਸਮਝ ਨਾ ਆਇਆ। ਅਗਲੇ ਦਿਨ ਜਦੋਂ ਈਸਰ ਨੇ ਮੰਡੀਓਂ ਦਾਣਾ ਲੈਣ ਜਾਣਾ ਸੀਗਾ ਤਾਂ ਮੁੰਨੂ ਨੇ ਸੰਦੂਕ ਵਿੱਚੋਂ ਉਸਨੂੰ ਆਪਣੀ ਸੱਗੀ ਫੜਾਉਂਦਿਆਂ ਕਿਹਾ ਕਿ ਉਸਨੂੰ ਭਨਵਾ ਕੇ ਨਵੇਂ ਫੈਸ਼ਨ ਦੇ ਕਾਂਟੇ ਬਣਵਾ ਲਿਆਵੇ। ਬਹੂ ਦਾ ਤਿਉਰ ਉਹ ਆਪਣੇ ਘਰੋਂ ਹੀ ਜੋੜ ਲਵੇਗੀ। ਹੁਣ ਆ ਗਈ ਸੱਗੀ ਦੀ ਗੱਲ। ਜਿਹੜੀ ਸੱਗੀ ਮੁੰਨੂ ਕੋਲ ਸੀਗੀ ਉਸਨੇ ਈਸਰ ਨੂੰ ਦਿੱਤੀ ਕਿ ਤੂੰ ਇਸ ਨੂੰ ਭਨਵਾ ਕੇ, ਸੋਨੇ ਦੀ ਹੁੰਦੀ ਹੈ ਨਾ ਉਹ, ਇਸ ਨੂੰ ਭਨਵਾ ਕੇ ਨਵੇਂ ਫੈਸ਼ਨ ਦੇ ਕਾਂਟੇ ਬਣਵਾ ਲਿਆਵੇ। ਅਤੇ ਬਹੂ ਦਾ ਤਿਉਰ ਕਹਿੰਦੇ ਯਾਰ 3 ਸੂਟ ਦੇਣੇ ਹੁੰਦੇ ਆ ਕੁੜੀ ਨੂੰ, ਵਿਆਹ ਵਾਲੀ ਨੂੰ, ਜਿਹਦਾ ਵਿਆਹ ਹੁੰਦਾ ਨਾਨਕੇ ਨੇ, ਤਾਂ ਕਰਕੇ ਉਹ ਕਹਿੰਦੀ ਹੈ ਕਿ ਉਹ ਆਪੇ ਘਰ ਤੋਂ ਹੀ ਸੂਟ ਵਗੈਰਾ ਕਰ ਲਏਗੀ, ਤੂੰ ਬਸ ਉਹਦੇ ਵਾਸਤੇ ਸੱਗੀ ਬਣਵਾ ਕੇ ਵਧੀਆ ਜਿਹੇ ਕਾਂਟੇ ਬਣਵਾ ਲਿਆ, ਕੰਨਾਂ 'ਚ ਪਾਉਣ ਵਾਲੇ ਕਾਂਟੇ ਬਣਵਾ ਲਿਆ ਸੋਨੇ ਦੇ। ਈਸਰ ਹੈਰਾਨ ਹੋ ਕੇ ਮੁੰਨੂ ਵੱਲ ਦੇਖ ਰਿਹਾ ਸੀ। ਮੁੰਨੂ ਨੇ ਸੱਗੀ ਉਸਦੇ ਖੀਸੇ ਵਿੱਚ ਪਾਈ ਅਤੇ ਕਿਹਾ ਕਿ ਇੱਜ਼ਤਾਂ ਪਿੱਛੇ ਤਾਂ ਲੋਕ ਆਪਣੀਆਂ ਦੇਹਾਂ, ਆਪਣੇ ਸਰੀਰ ਵੇਚ ਦਿੰਦੇ ਹਨ, ਇਹ ਤਾਂ ਸੋਨਾ ਹੀ ਹੈ। ਉਹ ਕਹਿੰਦੀ ਹੈ ਕਿ ਜੇਕਰ ਉਸਦਾ ਮੁੰਡਾ ਸੱਗਲ ਨਿਕਲਿਆ, ਜੋ ਕਿ ਹਲੇ ਬਹੁਤ ਛੋਟਾ ਹੈ, ਜੇਕਰ ਉਹ ਸੱਗਲ ਨਿਕਲਿਆ ਤਾਂ ਸੱਗੀਆਂ ਤਾਂ ਹੋਰ ਵੀ ਬਥੇਰੀਆਂ ਬਣ ਜਾਣੀਆਂ, ਤੂੰ ਫਿਕਰ ਨਾ ਕਰ। ਈਸਰ ਨੀਵੀਂ ਪਾਈ ਖੜ੍ਹਾ ਸੀਗਾ, ਉਹਦਾ ਸਾਹ ਬਹੁਤ ਘੁੱਟ ਰਿਹਾ ਸੀਗਾ। ਉਹ ਜੱਕੋ ਤੱਕੀ ਵਿੱਚ ਮੰਡੀ ਦੇ ਰਾਹ ਪੈ ਗਿਆ। ਹੁਣ ਦੇਖੋ ਈਸਰ ਵਿਚਾਰਾ ਕਿਸ ਬਰਡਨ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ ਇਸ ਟਾਈਮ, ਕਿ ਉਸਨੇ ਕਰਜ਼ਾ ਵੀ ਦੇਣਾ ਹੈ, ਆਪਣੇ ਨਿਆਣਿਆਂ ਨੂੰ ਵੀ ਦੇਖਣਾ, ਘਰ ਪਰਿਵਾਰ ਵੀ ਸੰਭਾਲਣਾ, ਅੱਗੇ ਜਿਹੜਾ ਵਿਆਹ ਆ ਗਿਆ ਉਹਦੀ ਭੈਣ ਦੇ ਮੁੰਡੇ ਦਾ, ਉੱਥੇ ਵੀ ਉਹਨੇ ਬਰਾਬਰ ਦਾ ਖਰਚਾ ਕਰਨਾ। ਤਾਂ ਕਰਕੇ ਇਹ ਜਿਹੜੀ ਕਿਸਾਨੀ ਜੀਵਨ ਨਾਲ ਆਪਣੀ ਸੱਭਿਆਚਾਰ ਰਸਮਾਂ ਨੂੰ ਜੋੜ ਕੇ ਦਿਖਾਇਆ ਲੇਖਕ ਨੇ, ਉਹ ਦੇਖੋ ਅੱਗੇ ਸਾਰਾ ਤੁਸੀਂ। ਫਿਰ ਜਦੋਂ ਨਾਨਕਾ ਮੇਲ ਉਸਦੀ ਭੈਣ ਦੇ ਸਹੁਰੇ ਪੁੱਜਾ ਤਾਂ ਮੁੰਨੂ ਫੁੱਲੀ ਨਹੀਂ ਸਮਾ ਰਹੀ ਸੀਗੀ, ਉਹ ਧਰਤੀ ਤੋਂ ਹੱਥ ਉੱਪਰ ਤੁਰ ਰਹੀ ਸੀਗੀ, ਭਾਵ ਹਵਾ 'ਚ ਹੀ ਸੀਗੀ ਪੂਰੀ, ਕਿਉਂਕਿ ਉਸਦੇ ਨਵੇਂ ਫੈਸ਼ਨ ਦੇ ਕਾਂਟਿਆਂ ਅਤੇ ਉਸਦੇ ਦੁਆਰਾ ਲਿਆਂਦੇ ਗਏ 3 ਸੂਟ ਤਿਉਰਾਂ ਦੀ ਗੱਲ ਸਾਰੇ ਅੰਗ ਸਾਕ ਕਰ ਰਹੇ ਸਨ। ਅਤੇ ਉਸਦੀ ਜਠਾਣੀ ਜਿਹੜੀ ਕਹਿੰਦੀ ਸੀਗੀ ਕਿ ਹੁਣ ਦੇਖਦੀ ਹਾਂ ਕਿੱਥੋਂ ਖਰਚਾ ਕਰਦੇ ਹਨ, ਉਹ ਵੀ ਨੀਵੀਂ ਪਾਈ ਬੈਠੀ ਸੀਗੀ, ਉਹ ਅੱਖਾਂ ਉੱਪਰ ਨਹੀਂ ਚੁੱਕ ਰਹੀ ਸੀਗੀ। ਅਤੇ ਜਿਹੜੀ ਮੁੰਨੂ ਸੀਗੀ ਉਹ ਸਿਰ ਕੱਢ ਕੇ ਘੁੰਮ ਰਹੀ ਸੀਗੀ ਸਾਰੇ ਵਿਆਹ 'ਚ ਅਤੇ ਨੱਚ ਰਹੀ ਸੀ, ਅਤੇ ਉਸਦੇ ਪੈਰ ਜ਼ਮੀਨ 'ਤੇ ਨਹੀਂ ਲੱਗ ਰਹੇ ਸਨ। ਬਰਾਤ ਤੋਰ ਕੇ ਜਦੋਂ ਮੇਲਣਾ ਗਿੱਧਾ ਪਾਉਣ ਲੱਗੀਆਂ ਤਾਂ ਮੁੰਨੂ ਨੱਚਣ ਲਈ ਆਪੇ ਵਿਚਾਲੇ ਆ ਕੇ ਖੜ੍ਹੀ ਹੋ ਗਈ। ਉਹ ਨਾਨਕੇ ਮੇਲ ਵਿੱਚੋਂ ਉਮਰ 'ਚੋਂ ਸਭ ਤੋਂ ਛੋਟੀ ਸੀਗੀ। ਮੇਲਣਾ ਨੇ ਗਿੱਧਾ ਪਾਉਣਾ ਸ਼ੁਰੂ ਕੀਤਾ। ਮੁੰਨੂ ਦੀ ਅੱਡੀ ਗਿੱਧੇ ਦੀ ਤਾਲ ਨਾਲ ਨੱਚਣ ਲੱਗ ਪਈ ਅਤੇ ਸਾਰੇ ਅੰਗ ਪਾਰੇ ਵਾਂਗ ਥਰਕਣ ਲੱਗ ਪਏ। ਗਿੱਧਾ ਪਾਉਂਦੀਆਂ ਮੇਲਣਾ ਦੇ ਹੱਥ ਹੰਭ ਚੱਲੇ ਸਨ, ਪਰੰਤੂ ਮੁੰਨੂ ਨੂੰ ਸਗੋਂ ਹੋਰ ਖੁਮਾਰੀ ਚੜ੍ਹਦੀ ਜਾ ਰਹੀ ਸੀ। ਗਲੀ ਵਿੱਚ ਪਿੰਡ ਦੇ ਗੱਭਰੂਆਂ ਦਾ ਖਾਸਾ ਇਕੱਠ ਹੋ ਗਿਆ। ਕਈ ਗਿੱਧੇ ਦੀ ਲੋਰ ਵਿੱਚ ਆਏ ਮੇਲਣਾ ਦੇ ਹੋਰ ਕਰੀਬ ਹੁੰਦੇ ਜਾ ਰਹੇ ਸਨ। ਇੱਕ ਗੱਭਰੂ ਨੇ ਦੂਜੇ ਕੋਲ ਮੁੰਨੂ ਦੀ ਅੱਖ ਦੀ ਤਾਰੀਫ ਕੀਤੀ ਅਤੇ ਦੂਜੇ ਨੇ ਕਿਹਾ ਕਿ ਜੇਕਰ ਉਸਨੇ ਕਿਤੇ ਉੱਚਾ ਸਿਰ ਕੱਢ ਕੇ ਸੱਗੀ ਪਾਈ ਹੁੰਦੀ ਤਾਂ ਉਸਨੇ ਹਮਾਤਣ ਦੇ ਆਹੂ ਲਾ ਦੇਣਾ ਸੀਗਾ, ਜਿਹਨੂੰ ਕਹਿੰਦੇ ਆਪਾਂ ਸੀਨੇ ਅੱਗ ਲਾ ਦੇਣੀ ਸੀਗੀ। ਫਿਰ ਦੂਜੇ ਨੇ ਵੀ ਕਿਹਾ ਕਿ ਗੱਲ ਤਾਂ ਤੇਰੀ ਠੀਕ ਹੈ, ਸੱਗੀ ਤੋਂ ਬਿਨਾਂ ਇਕੱਲੇ ਫੁੱਲ ਤਾਂ ਵੱਛੇ ਦੇ ਸਿੰਗਾਂ ਵਾਂਗ ਹੀ ਲੱਗ ਰਹੇ ਹਨ। ਇਸ ਦੇ ਬਾਵਜੂਦ ਦੂਜੇ ਗੱਭਰੂ ਨੇ ਉਸਦੇ ਰੂਪ ਦੀ ਪ੍ਰਸ਼ੰਸਾ ਕਰਦੇ ਹੋਇਆ ਕਿਹਾ ਸੀ ਕਿ ਉਹ ਇੰਦਰ ਅਖਾੜੇ ਦੀ ਪਰੀ ਲੱਗਦੀ ਹੈ। ਹੁਣ ਗਿੱਧਾ ਹੌਲੀ ਹੌਲੀ ਬੰਦ ਹੋ ਗਿਆ। ਕੋਈ ਮੇਲਣ ਫਿਰ ਬੋਲੀ ਪਾ ਦਿੰਦੀ ਹੈ ਅਤੇ ਬੋਲੀ ਦੇ ਤੋੜੇ ਨਾਲ ਹੀ ਗਿੱਧਾ ਫਿਰ ਪੈਣ ਲੱਗ ਪੈਂਦਾ ਹੈ। ਪਰ ਹੁਣ ਮੁੰਨੂ ਦੀ ਅੱਡੀ ਦੀ ਤਾਲ ਥਿਰਕਣ ਲੱਗ ਪਈ, ਭਾਵ ਉਸਦਾ ਇੰਟਰਸਟ ਜਿਹਾ ਖਤਮ ਹੋਣ ਲੱਗ ਗਿਆ ਅਤੇ ਉਸਦਾ ਰੰਗ ਪੀਲਾ ਪੈਣ ਲੱਗ ਪਿਆ ਅਤੇ ਗਿੱਧਾ ਬੰਦ ਹੋ ਗਿਆ।
ਮੁੰਨੋ ਸੱਜੇ ਪੈਰ ਦਾ ਗਿੱਟਾ ਫੜ ਕੇ ਬੈਠ ਗਈ ਅਤੇ ਪੁੱਛਣ 'ਤੇ ਉਹ ਮਲਵਈ ਜ਼ਬਾਨ ਵਿੱਚ ਕਹਿਣ ਲੱਗ ਪਈ ਕਿ ਉਸਦੇ ਗਿੱਟੇ ਨੂੰ ਮੋਚ ਆ ਗਈ ਹੈ, ਪਰੰਤੂ ਸਿਆਣੀਆਂ ਤਾੜ ਗਈਆਂ ਸਨ ਕਿ ਉਸਦੇ ਮੋਚ ਕਿਸੇ ਹੋਰ ਥਾਂ ਆਈ ਹੈ। ਦੋਵੇਂ ਗੱਭਰੂ ਕਹਿ ਰਹੇ ਸਨ ਕਿ ਉਸ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਅਤੇ ਇੱਥੇ ਕਹਾਣੀ ਮੁੱਕ ਜਾਂਦੀ ਹੈ। ਹੁਣ ਦੇਖੋ ਵੀ ਲਾਸਟ 'ਚ ਗੱਲ ਕੀ ਬਣੀ ਹੈ ਕਿ ਜਦੋਂ ਉਹ ਦੋ ਮੁੰਡੇ ਕਹਿ ਦਿੰਦੇ ਹੈ ਕਿ ਜੇ ਇਹਨੇ ਕਿਤੇ ਵਾਲਾਂ 'ਚ ਸੱਗੀ, ਸਿਰ 'ਚ ਸੱਗੀ ਵੀ ਲਾਈ ਹੁੰਦੀ, ਸਿਰ ਉੱਚਾ ਕਰਕੇ ਸੱਗੀ ਲਾਈ ਹੁੰਦੀ ਤਾਂ ਇਹ ਹੋਰ ਸੋਹਣੀ ਲੱਗਦੀ, ਹੋਰ ਚੰਗੀ ਲੱਗਦੀ। ਅਤੇ ਮੁੰਨੋ ਨੂੰ ਉਹ ਗੱਲ ਸੁਣ ਜਾਂਦੀ ਹੈ ਅਤੇ ਉਸ ਤੋਂ ਬਾਅਦ ਹੀ ਉਹਦਾ ਗਿੱਧੇ 'ਚ ਇੰਟਰਸਟ ਖਤਮ ਹੋਣ ਲੱਗ ਜਾਂਦਾ, ਉਹਦਾ ਰੰਗ ਪੀਲਾ ਪੈਣ ਲੱਗ ਜਾਂਦਾ ਹੈ। ਇੱਥੇ ਲੇਖਕ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਕਿਸਾਨੀ ਜੀਵਨ ਹੈ, ਜਿਹੜਾ ਮੱਧ ਵਰਗੀਏ ਲੋਕ ਹੈ, ਉਹਨਾਂ ਨੂੰ ਕੀ ਕਰਨਾ ਪੈਂਦਾ ਕਿ ਜੇ ਇਹਨਾਂ ਨੂੰ ਕੁਛ, ਜਿਵੇਂ ਕਹਿੰਦੇ ਨਾ ਆਪਾਂ, ਕੁਛ ਪਾਣੇ ਕੇ ਲਈ ਕੁਛ ਖੋਣਾ ਪੜਤਾ ਹੈ। ਹੁਣ ਉਹਨੇ ਵਿਚਾਰੀ ਨੇ ਕਾਂਟੇ ਬਣਵਾਏ ਅਤੇ ਗੱਭਰੂਆਂ ਨੇ ਕਹਿਤਾ ਵੀ ਜੇ ਇਹਨੇ ਕਿਤੇ ਸੱਗੀ ਲਾਈ ਹੁੰਦੀ ਹੈ ਹੋਰ ਸੋਹਣੀ ਲੱਗਦੀ। ਤਾਂ ਕਰਕੇ ਜਿਹੜਾ ਇੱਕ ਆਮ ਵਿਅਕਤੀ ਹੈ, ਆਮ ਜੀਵਨ ਹੈ ਅਤੇ ਜਿਹੜੇ ਸਧਾਰਨ ਲੋਕ ਹੈ, ਉਹਨਾਂ ਨੂੰ ਬੜਾ ਬੈਲੈਂਸ ਕਰਨਾ ਪੈਂਦਾ, ਉਹਨਾਂ ਨੂੰ ਬੜਾ ਕੰਪਰੋਮਾਈਜ਼ ਕਰਨਾ ਪੈਂਦਾ ਆਪਣੀ ਚੋਇਸ ਨਾਲ। ਉਹ ਜੋ ਚਾਹੁੰਦੇ ਉਹ ਨਹੀਂ ਕਰ ਸਕਦੇ ਅਤੇ ਉਹ ਜੇ ਕੁਛ ਆਪਣਾ ਚਾਹੁੰਦੇ ਵੀ ਹੈ ਕਰਨਾ ਤਾਂ ਉਹਨਾਂ ਨੂੰ ਇੱਕ ਚੀਜ਼ ਪਹਿਲਾਂ ਵੇਚਣੀ ਪੈਂਦੀ ਹੈ ਤਾਂ ਦੂਸਰੀ ਆਉਂਦੀ ਹੈ। ਆਪਾਂ ਕਹਿ ਲਈਏ ਵੀ ਉਹਨਾਂ ਨੂੰ ਹਮੇਸ਼ਾ ਕੁਛ ਪਾ ਕੇ ਕੁਛ ਖੋਣਾ ਹੀ ਪੈਂਦਾ ਜਾਂ ਕੁਛ ਖੋ ਕੇ ਹੀ ਉਹਨਾਂ ਨੂੰ ਕੁਛ ਮਿਲਦਾ ਹੈ। ਬਸ ਇਹ ਜਿਹੜੀ ਲੇਖਕ ਨੇ ਆਪਾਂ ਨੂੰ ਗੱਲ ਸਿਖਾਈ ਹੈ ਕਿ ਇੱਕ ਕਿਸਾਨ ਦੀ ਜਾਂ ਇੱਕ ਗਰੀਬ ਦੀ ਜਿਹੜੀ ਲਾਈਫ ਹੈ ਉਹ ਇਸ ਤਰ੍ਹਾਂ ਕੱਟਦੀ ਹੈ ਅਤੇ ਆਪਾਂ ਨੂੰ ਸਿੱਖਣ ਨੂੰ ਵੀ ਬੜਾ ਕੁਛ ਮਿਲਦਾ ਹੈ ਸਟੋਰੀ 'ਚ। ਸਿਰਫ ਨੰਬਰ ਹੀ ਨਹੀਂ ਲੈਣੇ, ਬੜੀ ਡੂੰਘੀ ਗੱਲ ਲੇਖਕ ਨੇ ਕਹੀ ਹੈ। ਅਤੇ ਬਈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਅਤੇ ਸਮਝ ਆ ਗਈ ਕਹਾਣੀ, ਤਾਂ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਮਿਲਦੇ ਹਾਂ ਅਗਲੀ ਵੀਡੀਓ ਨਾਲ। ਥੈਂਕ ਯੂ ਸੋ ਮੱਚ।